ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਅਮਰੀਕਾ ਤੋਂ ਬਹੁਤ ਵੱਡੀ ਖਬਰ ਆਈ ਹੈ, ਦੂਜੀ ਕੈਨੇਡਾ ਤੋਂ ਸਾਹਮਣੇ ਆਈ ਹੈ, ਤੀਜੀ ਸਾਡੀ ਪੰਜਾਬ ਨਾਲ ਜੁੜੀ ਹੈ। ਚੌਥੀ ਖਬਰ ਤੁਹਾਨੂੰ ਮੈਂ ਦੱਸੂਗਾ। ਮਹਾਰਾਸ਼ਟਰ ਦੇ ਜਿਹੜੇ ਸੀਐਮ ਨੇ ਉਹਨਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕਰਦੇ ਹੋਏ ਅਤੇ ਉਸੇ ਸਟੇਜ ਦੇ ਉੱਤੇ ਬਾਬਾ ਧੁੰਮਾ ਅਤੇ ਉਸੇ ਸਟੇਜ ਦੇ ਉੱਤੇ ਜਿਹੜੀ ਮਹਾਰਾਸ਼ਟਰ ਦੀ ਸਿੱਖ ਸੰਗਤ ਹੈ ਉਹਨਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕਰਦੇ ਹੋਏ ਕੀ ਕੁਝ ਆਖਿਆ, ਸਾਰਾ ਵੀਡੀਓ ਤੁਹਾਨੂੰ ਸੁਣਾਵਾਂਗੇ। ਪਰ ਸਾਰਿਆਂ ਤੋਂ ਵੱਡੀ ਖਬਰ ਤੇ ਦਲਜੀਤ ਦੋਸਾਂਝ ਦੀ ਸਾਹਮਣੇ ਆਉਂਦੀ ਹੈ। ਦਲਜੀਤ ਦੋਸਾਂਝ ਦਾ ਆਸਟ੍ਰੇਲੀਆ ਦੇ ਵਿੱਚ ਟੂਰ ਸੀ। ਆਸਟ੍ਰੇਲੀਆ ਵਾਲੇ ਉਸ ਟੂਰ ਦੇ ਵਿੱਚ, ਜਿਸ ਨੂੰ ਔਰਾ ਟੂਰ ਦਲਜੀਤ ਦੋਸਾਂਝ ਵੱਲੋਂ ਕਿਹਾ ਗਿਆ, ਇਸ ਦੇ ਵਿੱਚ ਸਿੱਖਾਂ ਨੂੰ ਹੀ ਸ਼੍ਰੀ ਸਾਹਿਬ ਪਾ ਕੇ ਜਾਣ ਤੋਂ ਮਨਾ ਕਰ ਦਿੱਤਾ ਗਿਆ। ਆਸਟ੍ਰੇਲੀਆ ਦੇ ਵਿੱਚ ਜਿਹੜਾ ਹੁਣ ਔਰਾ ਟੂਰ ਹੋਇਆ ਹੈ, ਇਸ ਦੇ ਵਿੱਚ ਸਿੱਖਾਂ ਨੂੰ ਸੁਰੱਖਿਆ ਅਧਿਕਾਰੀਆਂ ਦੇ ਵੱਲੋਂ ਸ਼੍ਰੀ ਸਾਹਿਬ ਪਾ ਕੇ ਜਾਣ ਤੋਂ ਵਰਜਿਤ ਕਰ ਦਿੱਤਾ ਗਿਆ। ਉਹਨਾਂ ਨੂੰ ਰੋਕ ਦਿੱਤਾ ਗਿਆ ਕਿ ਤੁਸੀਂ ਸ਼੍ਰੀ ਸਾਹਿਬ ਪਾ ਕੇ, ਕਿਰਪਾਨ ਪਾ ਕੇ, ਆਪਣੇ ਧਾਰਮਿਕ ਅਧਿਕਾਰ ਪਾ ਕੇ ਇਹਨਾਂ ਦੇ ਹਾਲ ਦੇ ਵਿੱਚ ਨਹੀਂ ਜਾ ਸਕਦੇ ਤੇ ਦਲਜੀਤ ਦੋਸਾਂਝ ਦਾ ਕੰਸਰਟ ਨਹੀਂ ਸੁਣ ਸਕਦੇ। ਇਸ ਤੋਂ ਪਹਿਲਾਂ ਵੀ ਦਲਜੀਤ ਦੋਸਾਂਝ ਦੀ ਇੱਕ ਵੱਡੀ ਕੰਟਰੋਵਰਸੀ ਹੋ ਚੁੱਕੀ ਹੈ, ਜਿਸ ਦੇ ਵਿੱਚ ਦਲਜੀਤ ਦੋਸਾਂਝ ਦਾ ਜਿਹੜਾ ਗਾਣਾ ਆਇਆ ਸੀਗਾ ਉਸ ਦੇ ਵਿੱਚ ਲੜਕੀ ਡਾਂਸ ਕਰ ਰਹੀ ਸੀ ਔਰ ਜੰਨਤ ਦੇ ਦਰਵਾਜ਼ੇ ਵਾਲਾ ਜਿਹੜਾ ਸੀਨ ਹੈ ਉਸ ਦੇ ਵਿੱਚ ਉਸ ਨੂੰ ਲੈ ਕੇ ਦਲਜੀਤ ਦੋਸਾਂਝ ਨੂੰ ਬਹੁਤ ਜ਼ਿਆਦਾ ਟ੍ਰੋਲ ਵੀ ਕੀਤਾ ਗਿਆ। ਵੈਸੇ ਗੱਲਾਂ ਬਹੁਤ ਜ਼ਿਆਦਾ ਨੇ। ਮੈਂ ਤੁਹਾਨੂੰ ਅਮਰੀਕਾ ਵਾਲੀ ਖਬਰ ਦੱਸਦਾ ਹਾਂ, ਨਾਲ ਦੇ ਨਾਲ ਇੱਧਰ ਤੁਸੀਂ ਸਕਰੀਨ ਦੇ ਉੱਤੇ ਜਿਹੜੀ ਸਾਰੀ ਖਬਰ ਹੈ ਤੁਸੀਂ ਉਸ ਨੂੰ ਪੜ੍ਹ ਵੀ ਸਕਦੇ ਜੇ। ਜਿਹੜੇ 54 ਇੰਡੀਅਨ ਇਨਕਲੂਡਿੰਗ 50 ਫਰੋਮ ਹਰਿਆਣਾ ਡਿਪੋਰਟਡ ਫਰੋਮ US ਫॉर ਇਲੀਗਲ ਐਂਟਰੀ। ਅਮਰੀਕਾ ਦੇ ਵਿੱਚ ਜਿਹੜੇ 54 ਲੋਕ ਨੇ ਉਹਨਾਂ ਨੂੰ ਇਲੀਗਲ ਐਂਟਰੀ ਦੇ ਕਰਕੇ ਉੱਥੋਂ ਡਿਪੋਰਟ ਕੀਤਾ ਗਿਆ, ਜਿਸ ਦੇ ਵਿੱਚ 54 ਲੋਕ ਨੇ ਟੋਟਲ। 54 ਦੇ ਵਿੱਚੋਂ 50 ਜਿਹੜੇ ਮੁੰਡੇ ਨੇ ਉਹ ਹਰਿਆਣੇ ਦੇ ਨੇ ਅਤੇ ਬਾਕੀ ਜਿਹੜੇ 4 ਅਲੱਗ-ਅਲੱਗ ਸਟੇਟਾਂ ਦੇ ਨੇ। ਹਰਿਆਣੇ ਵਾਲੇ ਬਾਈਆਂ ਨੇ ਤਾਂ ਕਮਾਲ ਹੀ ਕਰਤੀ, ਜਾ ਕੇ 50 ਲੋਕ ਹਰਿਆਣੇ ਤੋਂ ਹੀ ਪਹੁੰਚ ਗਏ, ਜਿਸ ਦੇ ਵਿੱਚ 16 ਬੰਦੇ ਕਰਨਾਲ ਤੋਂ ਸੀਗੇ, 15 ਕੈਥਲ ਤੋਂ ਸੀਗੇ, 5 ਅੰਬਾਲੇ ਤੋਂ ਸੀ ਅਤੇ ਬਾਕੀ ਦੇ 4 ਜਿਹੜੇ ਨੇ ਯਮੁਨਾ ਨਗਰ ਤੋਂ, 4 ਕੁਰਸ਼ੇਤਰ ਤੋਂ, 3 ਜੀਂਦ ਤੋਂ, 2 ਸੋਨੀਪਤ ਤੋਂ ਅਤੇ 1 ਪੰਚਕੂਲਾ, ਪਾਣੀਪਤ, ਰੋਹਤਕ ਅਤੇ ਫਤਿਆਬਾਦ ਤੋਂ ਵੀ ਇੱਕ ਸੀਗਾ। ਹੁਣ ਜਿਹੜੀ ਕਰਨਾਲ ਪੁਲਿਸ ਹੈ ਉਹਨਾਂ ਨੇ ਕਰਨਾਲ ਪੁਲਿਸ ਨੂੰ ਵਾਪਸ ਇਹ ਸੌਂਪ ਦਿੱਤੇ ਨੇ। ਪਰ ਇਸ ਤੋਂ ਇਲਾਵਾ ਅਮਰੀਕਾ ਤੋਂ ਹੀ ਖਬਰ ਜਿਹੜੀ ਆਉਂਦੀ ਸੀ, ਸਰਦਾਰ ਜਸ਼ਨਪ੍ਰੀਤ ਸਿੰਘ ਮਾਮਲੇ ਦੇ ਵਿੱਚ ਉਸ ਕੇਸ ਦੀ ਵੀ ਸੁਣਵਾਈ ਹੋਈ। ਉਸ ਕੇਸ ਦੇ ਵਿੱਚ ਸਰਦਾਰ ਜਸ਼ਨਪ੍ਰੀਤ ਸਿੰਘ, ਜੋ ਕਿ ਗੁਰਸਿੱਖ ਅੰਮ੍ਰਿਤਧਾਰੀ ਨੇ, ਮੀਡੀਆ ਦੇ ਵਿੱਚ ਉਹਨਾਂ ਦੇ ਉੱਤੇ ਤੇ ਅਮਰੀਕਾ ਦੀ ਜਿਹੜੀਆਂ ਅਖਬਾਰਾਂ ਨੇ ਉਹਨਾਂ ਦੇ ਵਿੱਚ ਵੀ ਉਹਨਾਂ ਦੇ ਉੱਤੇ ਇਲਜ਼ਾਮ ਲਾਏ ਗਏ। ਉਸ ਦੇ ਕੰਟਰੋਲ ਤੋਂ ਗੱਡੀ ਬਾਹਰ ਹੋ ਗਈ, ਜਿਸ ਦੇ ਕਾਰਨ ਇਹ ਜਿਹੜਾ ਐਕਸੀਡੈਂਟ ਵਾਪਰਿਆ। ਪਰ ਜਸ਼ਨਪ੍ਰੀਤ ਸਿੰਘ ਨੂੰ ਹੁਣ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ। 21 ਸਾਲਾ ਨੌਜਵਾਨ ਜਸ਼ਨਪ੍ਰੀਤ ਸਿੰਘ, ਜੋ ਕਿ ਉੱਥੇ ਗਿਆ ਸੀਗਾ ਅਤੇ ਉਸ ਦੇ ਕੋਲ ਸਾਲ 2030 ਤੱਕ ਵੈਲਿਡ ਡਾਕੂਮੈਂਟ ਸੀਗੇ। ਜਸ਼ਨਪ੍ਰੀਤ ਦਾ ਜਿਹੜਾ ਵੀਜ਼ਾ ਹੈ ਸਾਲ 2030 ਤੱਕ ਦਾ ਹੈ। ਕੋਰਟ ਦੇ ਵਿੱਚ ਉਹਨਾਂ ਦੇ ਵਕੀਲ ਨੇ ਇਹ ਗੱਲਾਂ ਆਖੀਆਂ ਅਤੇ ਉਹਨਾਂ ਨੇ ਕਿਹਾ ਕਿ ਜਸ਼ਨਪ੍ਰੀਤ ਸਿੰਘ ਕੋਈ ਵੀ ਇਲੀਗਲ ਇਮੀਗ੍ਰੈਂਟਸ ਨਹੀਂ ਹੈ, ਉਸਦੇ ਕੋਲ ਪ੍ਰੋਪਰ ਡਰਾਈਵਿੰਗ ਲਾਇਸੈਂਸ ਹੈ। ਜਿਹੜਾ ਅਮਰੀਕਾ ਦਾ ਮੀਡੀਆ ਹੈ ਉਸਨੇ ਪਹਿਲਾਂ ਹੀ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਜਿਹੜਾ ਜਸ਼ਨਪ੍ਰੀਤ ਸਿੰਘ ਹੈ ਇਹ ਇੱਕ ਤਾਂ ਅੰਮ੍ਰਿਤਧਾਰੀ ਹੈ, ਪਰ ਦੂਸਰੇ ਪਾਸੇ ਇਹ ਜਿਹੜਾ ਨੌਜਵਾਨ ਹੈ ਨਸ਼ਾ ਕਰਕੇ ਜਾਂ ਸ਼ਰਾਬ ਪੀ ਕੇ ਟਰੱਕ ਚਲਾ ਰਿਹਾ ਸੀ। ਜਦੋਂ ਜਸ਼ਨਪ੍ਰੀਤ ਸਿੰਘ ਕੋਲੋਂ ਇਹ ਜਿਹੜਾ ਸਵਾਲ ਹੈ ਕੋਰਟ ਦੇ ਵਿੱਚੋਂ ਜੱਜ ਸਾਹਿਬ ਵੱਲੋਂ ਪੁੱਛਿਆ ਗਿਆ ਕਿ ਤੁਸੀਂ ਗਿਲਟੀ ਹੋ ਜਾਂ ਨੋਟ ਗਿਲਟੀ ਹੋ, ਤਾਂ ਉਹਨਾਂ ਨੇ ਕਹਿਤਾ ਕਿ ਨੋਟ ਗਿਲਟੀ, ਕਿ ਮੇਰੇ ਤੋਂ ਕੋਈ ਵੀ ਜਾਣਬੁੱਝ ਕੇ ਅਜਿਹਾ ਐਕਸੀਡੈਂਟ ਨਹੀਂ ਹੋਇਆ ਅਤੇ ਨਾ ਹੀ ਮੈਂ ਨਸ਼ਾ ਕਰਕੇ ਅਜਿਹਾ ਕੋਈ ਐਕਸੀਡੈਂਟ ਕੀਤਾ ਹੈ। ਇਸ ਕੇਸ ਦੇ ਵਿੱਚ ਹੁਣ ਜਿਹੜੀ ਅਗਲੀ अपडेट है वो थोड़े दिनों तक आऊगी। पर जशनप्रीत ने सभी आरोपों से इनकार किया है। नशे में वाहन चलाते समय, गंभीर हत्या के 3 मामले और नशे में गाड़ी चलाने का 1 मामला। जशनप्रीत अब जेल में है और अगली बार 4 नवंबर को अदालत के अंदर पेश होगा। अदालती दस्तावेजों से पता चला है प्रशासन ने जशनप्रीत सिंह को अवैध विदेशी कहा है। हालांकि उसके पास 2030 तक वैध रोजगार प्राधिकरण दस्तावेज थे और जिस ट्रक को वह चला रहा था उसे चलाने के लिए भी उसके पास वाणिज्यिक चालक का लाइसेंस भी था। ਜਸ਼ਨਪ੍ਰੀਤ ਸਿੰਘ ਨੇ ਕੋਰਟ ਦੇ ਵਿੱਚ ਜਾ ਕੇ ਸਾਫ਼-ਸਾਫ਼ ਮਨਾ ਕਰਤਾ। ਉਸਨੇ ਕਿਹਾ ਕਿ ਨਾ ਤਾਂ ਮੈਂ ਕੋਈ ਐਕਸੀਡੈਂਟ ਕੀਤਾ, ਨਾ ਮੈਂ ਬੰਦੇ ਦੇ ਉੱਤੇ ਗੱਡੀ ਚੜਾਈ ਅਤੇ ਨਾ ਮੈਂ ਗੱਡੀ ਚਲਾਉਂਦਾ ਸੀ, ਨਾ ਹੀ ਮੈਂ ਕੋਈ ਨਸ਼ਾ ਕੀਤਾ ਹੋਇਆ ਸੀਗਾ। ਹੁਣ ਇਸ ਮਾਮਲੇ ਦੀ ਅੱਗੇ ਜ਼ਿਆਦਾ ਜਾਂਚ ਹੋਊਗੀ। ਪ੍ਰਕਾਰ ਅਸੀਂ ਵੀ ਉਹਨਾਂ ਅਖਬਾਰਾਂ ਦੀ ਹੀ ਖਬਰ ਪੜ੍ਹ ਕੇ ਆਪਣੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਜਸ਼ਨਪ੍ਰੀਤ ਨਾਮ ਦਾ ਨੌਜਵਾਨ ਅਮਰੀਕਾ ਦੇ ਵਿੱਚ ਫੜਿਆ ਗਿਆ, ਜੋ ਕਿ ਟਰੱਕ ਚਲਾਉਂਦਾ ਸੀ ਅਤੇ ਉਸ ਤੋਂ ਐਕਸੀਡੈਂਟ ਹੋਇਆ। ਦਲਜੀਤ ਦੋਸਾਂਝ ਵਾਲਾ ਜਿਹੜਾ ਮਸਲਾ ਹੈ, ਆਸਟ੍ਰੇਲੀਆ ਦੇ ਵਿੱਚ ਕੋਈ ਪਹਿਲਾ ਪੰਜਾਬੀ, ਕੋਈ ਇੰਡੀਅਨ ਹੋਊਗਾ ਜਿਸ ਦਾ ਇਹ ਜਿਹੜਾ ਟੂਰ ਹੈ ਉੱਥੇ ਹੋਇਆ ਹੈ। ਇਸ ਤੋਂ ਇਲਾਵਾ ਜਿਹੜੀ ਪੰਜਾਬੀ ਡੈਸਕ ਦੇ ਵਿੱਚ ਜਿਹੜੀ ਖਬਰ ਲੱਗੀ ਹੈ, ਸਿਡਨੀ ਵਿੱਚ ਪੰਜਾਬੀ ਗਾਇਕ ਦਲਜੀਤ ਦੋਸਾਂਝ ਦੇ ਔਰਾ ਟੂਰ ਕੰਸਰਟ ਦੇ ਵਿੱਚ ਇੱਕ ਵਿਵਾਦ ਖੜਾ ਹੋ ਗਿਆ। ਇਸ ਪ੍ਰੋਗਰਾਮ ਵਿੱਚ ਲਗਭਗ 25,000 ਲੋਕ ਸ਼ਾਮਲ ਹੋਏ। ਸੂਤਰਾਂ ਅਨੁਸਾਰ ਕਈ ਸਿੱਖ ਸ਼ਰਧਾਲੂਆਂ ਨੂੰ ਸਟੇਡੀਅਮ ਦੇ ਵਿੱਚ ਦਾਖਲ ਹੋਣ ਤੋਂ ਰੋਕਿਆ ਗਿਆ ਕਿਉਂਕਿ ਉਹਨਾਂ ਨੇ ਆਪਣੇ ਕਕਾਰ ਪਹਿਨੇ ਹੋਏ ਸਨ। ਸੁਰੱਖਿਆ ਕਰਮਚਾਰੀਆਂ ਨੇ ਉਹਨਾਂ ਨੂੰ ਕਿਰਪਾਨ ਉਤਾਰਨ ਲਈ ਕਿਹਾ, ਪਰ ਦਰਸ਼ਕਾਂ ਨੇ ਇਨਕਾਰ ਕਰ ਦਿੱਤਾ, ਜਿਸ ਕਾਰਨ ਉਹਨਾਂ ਨੂੰ ਇਨਕਾਰ ਦਾ ਸਾਹਮਣਾ ਕਰਨਾ ਪਿਆ। ਸਿਡਨੀ ਦੇ ਲੋਕਾਂ ਨੇ ਸ਼ੋਅ ਵਿੱਚ ਸ਼ਾਮਲ ਹੋਣ ਲਈ ਮਹਿੰਗੀਆਂ ਟਿਕਟਾਂ ਖਰੀਦਣ ਦੀ ਰਿਪੋਰਟ ਦਿੱਤੀ, ਪਰ ਜਦੋਂ ਉਹਨਾਂ ਨੂੰ ਦਾਖਲਾ ਦੇਣ ਤੋਂ ਇਨਕਾਰ ਕੀਤਾ ਗਿਆ ਤਾਂ ਉਹ ਨਿਰਾਸ਼ ਹੋਏ। ਰਿਪੋਰਟਾਂ ਅਨੁਸਾਰ ਟਿਕਟਾਂ ਦੀ ਕੀਮਤ ਲਗਭਗ 200 ਆਸਟ੍ਰੇਲੀਅਨ ਡਾਲਰ ਸੀ। ਬਾਅਦ ਵਿੱਚ ਪ੍ਰਬੰਧਕਾਂ ਨੇ ਇਹਨਾਂ ਦਰਸ਼ਕਾਂ ਨੂੰ ਪੈਸੇ ਵਾਪਸ ਕਰਨ ਦੀ ਪੇਸ਼ਕਸ਼ ਕੀਤੀ। ਇਸ ਘਟਨਾ ਨੇ ਸੋਸ਼ਲ ਮੀਡੀਆ ਦੇ ਉੱਤੇ ਬਹਿਸ ਛੇੜ ਦਿੱਤੀ ਹੈ। ਕਈਆਂ ਨੇ ਸਵਾਲ ਕੀਤਾ ਕਿ ਧਾਰਮਿਕ ਚਿੰਨ੍ਹਾਂ ਕਾਰਨ ਸਿੱਖ ਦਰਸ਼ਕਾਂ ਨੂੰ ਸਮਾਗਮ ਤੋਂ
ਕਿਉਂ ਰੋਕਿਆ ਗਿਆ, ਜਦੋਂ ਕਿ ਇਸ ਸਮਾਗਮ ਦੇ ਵਿੱਚ ਇੱਕ ਕਲਾਕਾਰ ਵੀ ਸਿੱਖ ਸੀ। ਇਸ ਮੁੱਦੇ ਨੇ ਭਾਈਚਾਰੇ ਦੇ ਅੰਦਰ ਧਾਰਮਿਕ ਆਜ਼ਾਦੀ ਅਤੇ ਸੁਰੱਖਿਆ ਨਿਯਮਾਂ ਬਾਰੇ ਚਰਚਾ ਛੇੜ ਦਿੱਤੀ ਹੈ। ਆਸਟ੍ਰੇਲੀਆ ਦੇ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਆਪਾਂ ਦੇਖਦੇ ਪਏ ਹਾਂ ਕਿ ਇੰਡੀਅਨ ਗੋ ਬੈਕ ਦੇ ਨਾਅਰੇ ਚੱਲਦੇ ਨੇ, ਪਰ ਹੁਣ ਆਸਟ੍ਰੇਲੀਆ ਦੇ ਵਿੱਚ ਸਿੱਖਾਂ ਦੇ ਕਲਾਕਾਰ ਦਾ ਸ਼ੋਅ ਦੇਖਣ ਤੋਂ ਰੋਕ ਦਿੱਤਾ ਗਿਆ। ਆਖਰੀ ਵੀਡੀਓ ਸੁਣਾ ਦਿੰਨੇ ਹਾਂ। ਇਹ ਜਿਹੜਾ ਵੀਡੀਓ ਹੈ ਦੇਵੇਂਦਰ ਫੜਨਵੀਸ ਸੀਐਮ ਆਫ ਮਹਾਰਾਸ਼ਟਰ ਦਾ ਸਾਹਮਣੇ ਆਉਂਦਾ ਹੈ। ਮਹਾਰਾਸ਼ਟਰ ਦੇ ਜਿਹੜੇ ਸੀਐਮ ਨੇ ਦੇਵੇਂਦਰ ਫੜਨਵੀਸ, ਇਹਨਾਂ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ 350 ਸਾਲਾ ਹੈ, ਅਸੀਂ ਉਸ ਨੂੰ ਮਨਾਵਾਂਗੇ ਤੇ ਘਰ ਘਰ ਉਸ ਦੇ ਬਾਰੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜੀ ਸੋਚ ਹੈ, ਜਿਹੜੇ ਉਹਨਾਂ ਦੇ ਸਿਧਾਂਤ ਨੇ, ਉਹਨਾਂ ਦੇ ਜਿਹੜੇ ਸ਼ਬਦ ਨੇ, ਉਹ ਅਸੀਂ ਘਰ ਘਰ ਗਲੀ ਗਲੀ ਜਾ ਕੇ ਇਕੱਲੇ ਇਕੱਲੇ ਘਰ ਦੇ ਵਿੱਚ ਪਹੁੰਚਾਵਾਂਗੇ। ਵੀਡੀਓ ਜ਼ਿਆਦਾ ਲੰਮਾ ਨਾ ਹੋ ਜੇ ਤਾਂ ਤੁਹਾਨੂੰ ਸਾਰੇ ਤੋਂ ਪਹਿਲਾਂ ਇਹਨਾਂ ਦਾ ਵੀਡੀਓ ਸੁਣਾ ਦਿੰਨੇ ਹਾਂ। ਇੱਥੇ ਸਿੱਖ ਸੰਗਤ ਵੀ ਹੈ, ਵੈਸੇ ਇਹਨਾਂ ਦੀਆਂ ਤਸਵੀਰਾਂ ਸਕਰੀਨ ਦੇ ਉੱਤੇ मैं ला दूंगा, तस्वीर तुसी देख सकते जे। जिनके मार्गदर्शन में ये पूरा कार्य हम सभी लोग कर रहे हैं, ऐसे हमारे बाबा जी संत ज्ञानी हरनाम सिंह जी खालसा, मुखी दमदमी टकसाल, साथ ही में उपस्थित हमारे बंजारा लबाना समाज के धर्मगुरु संत श्री बाबू सिंह जी महाराज, हमारे साथी मंत्री श्री गिरीश महाजन जी, जिन्होंने बहुत ही सुंदर गीत हमारे सामने पेश किया। ये केवल गीत नहीं है, तो मैं ऐसा मानता हूं कि गुरु तेग बहादुर साहिब जी की जीवनी हमारे सामने एक भजन के रूप में, गीत के रूप में जिन्होंने रखी, ऐसे बहुत ही प्रसिद्ध गायक भाई सतिंदर सरताज जी, मंच पर उपस्थित श्री सरदार मलकियत सिंह बल जी, श्री अमरपाल सिंह रंधावा जी, सभी बहनों और भाइयों, हम सभी लोग जानते हैं कि ये साल हिंद की चादर जिनको कहा गया, ऐसे श्री गुरु तेग बहादुर साहिब जी की 350वें शहीदी समागम का वर्ष है। और मुझे बहुत खुशी है कि बाबा जी के नेतृत्व में महाराष्ट्र की सरकार और ये जो हमने एक समिति तैयार की है, समिति मिलकर पूरे महाराष्ट्र में ये शहीदी समागम को हम लोग मनाने वाले हैं और गांव गांव तक और घर घर तक इस शहादत को पहुंचाने का काम हम लोग करने वाले हैं। हम सभी लोग जानते हैं कि श्री गुरु तेग बहादुर जी को सिख दी चादर नहीं कहा गया, खालसा दी चादर नहीं कहा गया, उनको हिंद जी चादर कहा गया है, क्योंकि उन्होंने जो शहादत दी वो केवल खालसा पंथ के लिए या सिख धर्म के लिए नहीं दी। उन्होंने जो शहादत दी इस भारत में रहने वाले तमाम लोगों के लिए, हिंदुओं के लिए, जैनों के लिए, सभी धर्मावलंबी लोगों के लिए, जिनको उस समय औरंगजेब प्रताड़ित कर रहा था और चाहता था कि पूरा हिंदुस्तान मुसलमान बन जाए, सब लोग अपना धर्म छोड़ दे। इस प्रकार की जिस समय जबरदस्ती हो रही थी, और ऐसे समय औरंगजेब ये जानता था कि कश्मीरी पंडित अगर अपना धर्म छोड़ देंगे तो फिर कश्मीर से लेकर दिल्ली तक हर प्रांत में, बंगाल से लेकर तो पश्चिम तक हर प्रांत में मैं जो यहाँ का धर्म है, यहाँ की संस्कृति है, यहाँ की आराधना और पूजा की पद्धति है, इस सबको बदल दूंगा। लेकिन उसी को एक प्रकार से चैलेंज करने का, आह्वान देने का काम गुरु तेग बहादुर जी ने किया। और हमारे कश्मीरी पंडितों के लिए और सभी धर्मावलंबियों के लिए उन्होंने जिस प्रकार से लड़ाई लड़ी, हम सभी जानते हैं कि जिस समय उनको पकड़ा गया और पकड़ने के बाद उनके सामने भी यह शर्त रखी गई कि वो सारा ये काम छोड़ दे और एक प्रकार से अपना धर्म भी बदल दे। उन्होंने शहीद होना पसंद किया, लेकिन इस देश की मिट्टी, इस देश की संस्कृति और इस देश के धर्म को छोड़ने से उन्होंने इनकार कर दिया। उन्होंने शहादत स्वीकारी और हमने देखा कि जिस बर्बरता के साथ उनके सिर को अलग कर दिया गया और एक प्रकार से एक संदेश देने का प्रयास हुआ कि जो भी इस प्रकार से किसी भी धर्म को बचाने का प्रयास करेगा उसका हश्र हम ये करेंगे। लेकिन उनकी शहादत ने एक ऐसा ज्वार हमारे देश में तैयार किया कि उसके बाद औरंगजेब अपने मंसूबों को पूरा नहीं कर पाया। और इसीलिए मैं ऐसा मानता हूं कि यह कोई केवल सिखों के गुरुओं का कार्यक्रम नहीं है। और अगर हम सिखों के गुरुओं का इतिहास देखें तो उन्होंने सारी लड़ाइयां इस देश के लिए लड़ी है, केवल खालसा पंथ के लिए लड़ाई नहीं लड़ी। इस देश को बचाने, इस देश की संस्कृति को बचाने ये लड़ाइयां लड़ी गई। और इसलिए हमारा फर्ज बनता है कि ये जो हमारे देश का स्वर्णिम इतिहास है, ये जो शहादत है,
ये बच्चे बच्चे तक पहुंचे। आज हमारी जो पीढ़ियां गुरुद्वारे में जाकर मत्था टेकती है, मंदिरों में जाकर आज अर्चना कर पा रही है या अपने अपने इष्ट देव का स्मरण कर पा रही है, क्योंकि हमारे गुरुओं ने शहादत देकर हमको बचाया, इसलिए हम ये कर पा रहे हैं। इस बात को हर गांव हर गली तक पहुंचाना ये जरूरी है। कोई भी समाज जो अपना इतिहास भूल जाता है, उस समाज को वर्तमान तो होता है लेकिन उनको भविष्य नहीं होता। इसलिए समाज को इतिहास याद दिलाना ये बहुत जरूरी है। और इसलिए बाबा जी ने ये कहा कि ये जिम्मेदारी सीएम साहब की नहीं थी, ये तो हमारी जिम्मेदारी थी, लेकिन सीएम साहब भी हमारे साथ आ गए। बाबा जी, ये बात आपकी मैं मान्य नहीं करता हूं। मैं कहता हूं कि इस भारत में रहने वाले हर व्यक्ति की जिम्मेदारी है कि हमारे गुरुओं की शहादत और उसका इतिहास ये हम हमारी पीढ़ी दर पीढ़ी हर पीढ़ी को पहुंचाए। और मुझे एक बात की और खुशी है कि इसको करते समय एक बहुत बड़ा विचार किया गया। देखिए, हम लोगों में अलगाव करने के लिए तो बहुत लोग बैठे हैं। अलगाववादी ताकतें ये हर राष्ट्र में हर समाज में हमको देखने को मिलती है, लेकिन हमको जोड़ने वाली चीजें अगर हम लोग उसका समर्थन नहीं करेंगे, अगर इन जोड़ने वाली चीजों को त्योहार के रूप में अगर हम नहीं मनाएंगे, तो मुझे ऐसा लगता है कि हमारी गुरुओं ने जो हमें शिक्षा दी उससे कहीं ना कहीं हम दूर हो जाएंगे। और मैं अपेक्षा व्यक्त करता हूं कि इस कार्यक्रम में कोई बाहर न रहे। हमने सभी गुरुद्वाराओं को एकत्रित करने का प्रयास किया है, कोई छूट गया हो सकता है। कई बार यह होता है कि मैं किसी को पसंद नहीं हूं या कोई मुझे पसंद नहीं है, ऐसी भी चीजें होती रहती है। लेकिन मुझे ऐसा लगता है कि जहां गुरुजी की बात है, गुरुजी को सभी पसंद करते हैं और गुरुजी सभी को पसंद करते हैं, इसलिए कोई बाहर न छूटे। जितने हमारे गुरुद्वारा है, जितने हमारे संगत के अलग अलग स्थान है, ऐसे सब लोग, कोई अगर नाराज भी है तो उस तक हम पहुंचे, हमारी ये कमेटी उस तक पहुंचे और उसको भी हम साथ में ले। ये कार्यक्रम सरकार का तो बिल्कुल ही नहीं है, सरकार तो मदद कर रही है, लेकिन ये कार्यक्रम केवल इस समिति का भी नहीं है, ये कार्यक्रम पूरे भारत का कार्यक्रम है, पूरे समाज का कार्यक्रम है। इसलिए सभी को साथ में लेकर हम लोगों को आगे बढ़ना है। और आज की कार्यशाला भी इसीलिए तैयार की गई कि जिसमें 3 बड़े कार्यक्रम तो हम लोग करेंगे, नागपुर में करेंगे, नांदेड़ साहिब में करेंगे, मुंबई में करेंगे। उसके साथ साथ पैरेलली बहुत छोटे छोटे कार्यक्रम करके हर कस्बे तक हम लोग पहुंचेंगे और उसका जो प्लानिंग है, उसका जो योजना है, उसका जो नियोजन है, वो ठीक ढंग से हो। इसी दृष्टि से आज का इस कार्यशाला का आयोजन किया था। मैं फिर एक बार महाराष्ट्र सरकार की ओर से आपको आश्वस्त करना चाहता हूं कि इस पूरे कार्यक्रम को जन जन तक ले जाने के लिए जो भी करना पड़ेगा महाराष्ट्र की सरकार करेगी, ये विश्वास मैं आपको देता हूं और अपने शब्दों को विराम देता हूं। वाहेगुरु जी का खालसा, वाहेगुरु जी की फतेह। ਚਲੋ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਕਿੱਦਾਂ ਦੀ ਜਾਣਕਾਰੀ ਮਿਲੀ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ। ਫਿਰ ਮਿਲਾਂਗੇ ਕਿਸੇ ਦਿਨ ਨਵੇਂ ਵੀਡੀਓ ਦੇ ਨਾਲ। ਵੀਡੀਓ ਦੇ ਥੱਲੇ ਇੱਕ ਨਿੱਕਾ ਜਿਹਾ ਸੁਪਰ ਥੈਂਕਸ ਡੋਨੇਟ ਕਰਕੇ ਚੈਨਲ ਨੂੰ ਸਪੋਰਟ ਕਰ ਸਕਦੇ ਜੇ। ਦੂਸਰਾ ਚੈਨਲ ਆਪਣਾ ਹੈਕ ਹੋ ਹੀ ਗਿਆ, ਸੋ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੈ। ਮਿਲਾਂਗੇ ਨਵੇਂ ਵੀਡੀਓ ਨਵੀਂ ਜਾਣਕਾਰੀ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।